ਤੁਸੀਂ ਸੁਣ ਰਹੇ ਹੋ ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ CNN ਟੋਰਾਂਟੋ। ਪਟੇ ਸਾਹਿਬ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੇਰੇ ਵੱਲੋਂ ਵੀ ਆਪ ਜੀ ਦੇ ਸਾਰੇ ਸਰੋਤਿਆਂ ਤੇ ਦਰਸ਼ਕਾਂ ਨੂੰ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਭਗਵੰਤ ਮਾਨ ਪ੍ਰਸ਼ੰਸਾ ਕਰਨੀ ਬਣਦੀ ਹੈ, ਫਿਲਹਾਲ ਪ੍ਰਸ਼ੰਸਾ ਕਰਨੀ ਬਣਦੀ ਹੈ ਕਿਉਂਕਿ ਅਜੇ तेल वेखो, तेल की धार वेखो, अजे बहुत कुछ होर निकलना इन्हां बनमियां दे विचों। हाँ जी, मिट्टी दे बावे कई बोलण वाले भी ने ते कई शांतमई ने, ते पर पहला कहंदे ने कि कां मार के टंग दिता सेहत मंत्री दी मंत्रीशिप दा भगवंत मान ने भ्रिष्टाचार के दोष विच कांटा बो। मोहाली च परचा दर्ज होई, गिरफ्तारी, की कहना चाहोगे? जिथों का भगवंत मान की गल तुसीं क्या बिल्कुल ठीक क्या भी कां मार के टंग दिता। थोड़े दिन भारू चल रहे लगते आम आदमी पार्टी के। कल एक गया है बाहर, कल एक गया सी बाहर क्योंकि उन्हें 3 साल की सजा हो गई है। उम्मीद है कि जे कभी हाईकोर्ट तो बेल ना 1 महीने की मिली तो उन्हें भी शायद जेल यात्रा करनी। जे 3 साल की सजा हो गई है तो उन्हें भी इस्तीफा देना पड़ेगा। मतलब बाकी रह गए 90 नहीं देगा तो स्पीकर डिसमिस कर। अच्छा अच्छा अच्छा। ਇਹਦੇ ਵਿੱਚ ਵੀ ਹੁਣ ਜਿਹੜਾ ਇਹ ਵਿਜੇ ਸਿੰਗਲਾ ਵਾ, ਵਿਜੇ ਸਿੰਗਲਾ 215 ਦੇ ਵਿੱਚ ਇਹਨੇ ਪਾਰਟੀ ਜੁਆਇਨ ਕੀਤੀ ਸੀ ਤੇ ਵਫਾਦਾਰਾਂ ਚ ਗਿਣਿਆ ਜਾਂਦਾ ਸੀ ਕਿ ਪਾਰਟੀ ਦਾ ਬਹੁਤ ਵਫਾਦਾਰ। ਅੱਛਾ ਅੱਛਾ ਅੱਛਾ। ਪਹਿਲੀ ਵਾਰੀ ਚੋਣ ਲੜੀ ਤੇ ਬੜੇ ਇੱਕ ਝਾਂਸੀ ਤੋਂ ਜਿਹੜੀ ਕਾਂਗਰਸ ਦੀ ਜਿਹੜਾ ਸਿੱਧੂ ਮੂਸੇਵਾਲਾ ਜਿਹੜਾ ਇੱਕ ਸਟਾਰ ਸੀਗਾ, ਨੌਜਵਾਨਾਂ ਦੇ ਦਿਲਾਂ ਦੀ ਧੜਕਣ ਸੀਗਾ, ਉਹਨੂੰ 63,000 ਵੋਟਾਂ ਨਾਲ ਹਰਾ ਕੇ ਜਿੱਤ ਕੇ ਆਇਆ। ਅੱਜ ਉਹਨਾਂ ਨੇ ਕੀ ਕਿਹਾ, ਉਹਨਾਂ ਨੇ ਜੀ ਕੀਤਾ ਉਹ ਬਾਅਦ ਗੱਲ ਕਰਦੇ ਆ, ਪਹਿਲਾਂ ਇਹ ਨਿਬੇੜ ਲਈ। ਉਹਦੇ ਵਿੱਚ ਹੁਣ ਇਹਨਾਂ ਦੇ ਉੱਤੇ ਰਜਿੰਦਰ ਸਿੰਘ ਐਸੀ ਐਕ, ਰਜਿੰਦਰ ਸਿੰਘ ਐਸੀ ਨਾਲ ਇਹਨਾਂ ਦੀ ਗੱਲਬਾਤ ਹੁੰਦੀ ਆ ਤੇ ਇਹ ਉਹਦੇ ਕੋਲ ਰਿਸ਼ਵਤ ਮੰਗਦੇ ਕਿ ਸਾਨੂੰ 16 ਲੱਖ ਰੁਪਇਆ ਇਸ ਕੰਮ ਦਾ ਦੇ। ਕੋਈ ਕੰਸਟਰਕਸ਼ਨ ਕੰਪਨੀ ਦਾ ਸੀ, ਕੋਈ 58 ਕਰੋੜ ਦਾ ਕੰਮ ਸੀਗਾ ਤੇ ਇਹਨਾਂ 16 ਲੱਖ ਰੁਪਏ ਰਿਸ਼ਵਤ ਮੰਗੀ। ਵਿਜੇ ਸਿੰਗਲਾ ਦਾ ਇੱਕ ਪ੍ਰਦੀਪ ਕੁਮਾਰ ਨਾਂ ਦਾ OSD ਆ, ਜਿਹਨੂੰ ਅੱਗੇ ਲਾਇਆ ਸੀ ਭਾਈ ਪੈਸੇ ਪੁੱਛ ਤੂੰ ਇਕੱਠਾ ਕਰ ਲਈ, ਮੁੜ ਕੇ ਆਪਾਂ ਹਿਸਾਬ ਤੋਂ ਕਰ ਲਾਂਗੇ। ਹੁਣ ਰਜਿੰਦਰ ਸਿੰਘ ਜਿਹੜਾ ਸੀਗਾ ਉਹਦੀ 30 ਨਵੰਬਰ ਨੂੰ ਰਿਟਾਇਰਮੈਂਟ ਆ। ਉਹ ਕਿਸੇ ਪੰਗੇ ਚ ਨਹੀਂ ਸੀ ਪੈਣਾ ਚਾਹੁੰਦਾ। ਉਹਨੇ ਫਿਰ ਉੱਪਰ ਗੱਲ ਕੀਤੀ ਕਿ ਇਹ ਗੱਲਬਾਤ ਉਹਨਾਂ ਕੇ ਰਿਕਾਰਡਿੰਗ ਲਿਓ। ਉਹਨੇ ਜਿਹੜੀ ਹੁਣ ਤੱਕ ਰਿਕਾਰਡਿੰਗ ਕੀਤੀ ਸੀ ਉਹ ਤੇ ਬਕਾਇਦਾ ਤੌਰ ਤੇ ਪੰਜਾਬ ਭਵਨ ਦੇ 203 ਕਮਰਾ ਨੰਬਰ ਦੇ ਜਿੱਥੇ ਇਹਨਾਂ ਦੀ ਆਪਸ ਵਿੱਚ ਸੈਟਲਮੈਂਟ ਹੋਣ ਰਹੀ ਸੀਗੀ, ਉਹ ਵੀ ਸਾਰੇ ਪ੍ਰੂਫ ਦੇ ਉੱਤੇ ਵੀ ਆ ਲੋ। ਹੁਣ ਉੱਥੇ ਇਹਨਾਂ ਨੇ 17 ਕਰੋੜ ਦੀ ਪੇਮੈਂਟ ਕੀਤੀ ਤੇ ਬਾਕੀ 51 ਕਰੋੜ ਦੇ ਹੋਰ ਕੰਮ ਕੀਤੇ ਤੇ ਉਹਨਾਂ ਕਿਹਾ ਸੀ ਇਹਨੇ ਪੈਸਾ ਨੂੰ ਦੇ ਦਿਓ ਤੇ ਅਗਲੀ ਗੱਲ ਫਿਰ ਚੱਲੂਗੀ। ਵਿਜੇ ਸਿੰਗਲਾ ਨੂੰ ਜਦੋਂ ਤਲਬ ਕੀਤਾ CM ਨੇ, ਉਹਨੇ ਕਿਹਾ ਜੀ ਹਾਂ ਮੇਥੋਂ ਗਲਤੀ ਹੋਈ ਹੈ। ਕਹਿੰਦਾ ਠੀਕ ਹੈ, ਕੋਈ ਗਲਤੀ ਹੋਈ ਤੇ ਦੇਖਦੇ ਆ। ਉਹਨੇ ਫਿਰ ਉੱਪਰ ਹਾਈ ਕਮਾਂਡ ਨਾਲ ਗੱਲ ਕੀਤੀ ਵੀ ਆਹ ਸਬੂਤ ਸਾਡੇ ਕੋਲ, ਆਹ ਸਾਰੇ ਤੁਸੀਂ ਦੱਸੋ ਕੀ ਕਰਨਾ ਵਾ। ਤੇ ਕੇਜਰੀਵਾਲ ਨੇ ਕਿਹਾ ਫਿਰ ਕਾਂ ਮਾਰ ਕੇ ਟੰਗ ਦੇ, ਫਿਰ ਕਿਹੜੀ ਗੱਲ ਨਹੀਂ। ਫਿਰ ਸ਼ਾਇਦ ਜਿਹੜਾ ਸਵੇਰੇ ਘਰੋਂ ਨਿਕਲਿਆ ਹੋਏਗਾ ਸਿੰਗਲਾ ਸਾਹਿਬ, ਮੋਟਰ ਵਾਲੀਆਂ ਗੱਡੀਆਂ ਹੋਣਗੀਆਂ, ਅੱਗੇ ਪਿੱਛੇ ਸੀਟਾਂ ਵੱਜਦੀਆਂ ਹੋਣਗੀਆਂ ਤੇ ਦੁਪਹਿਰ ਤੋਂ ਬਾਅਦ ਉਹੀ ਪੁਲਿਸ ਜਿਹੜੀ ਹੱਥ ਘੜੀ ਲੈ ਕੇ ਲਾ ਕੇ ਲਈ ਜਾਂਦੀ ਜੀ। ਮੋਹਾਲੀ ਦੇ ਵਿੱਚ ਰਜਿੰਦਰ ਸਿੰਘ ਦਾ SC ਆ, ਉਹਨੇ ਬਕਾਇਦਾ ਤੌਰ ਤੇ ਭ੍ਰਿਸ਼ਟਾਚਾਰ ਦੀ ਉਹਦੇ ਖਿਲਾਫ ਮੁਕੱਦਮਾ ਦਰਜ ਕਰਾਇਆ। ਹੁਣ ਮੈਂ ਤੁਹਾਨੂੰ ਦੱਸਾਂ ਇਸ ਕੇਸ ਦਾ ਬਣੇਗਾ ਕੁਛ ਬਣੇਗਾ ਇਸ ਕਰਕੇ ਕੋਈ ਬਰਾਮਦੀ ਨਹੀਂ ਕੋਈ ਹੈਗੀ। ਕਿੱਥੇ ਪੈਸੇ ਲਏ ਕਿੱਥੇ ਦਿੱਤੇ ਗੱਲਾਂ ਹੀ ਹੋਣੀ ਹੈ ਨਾ ਜੀ। ਬਿਲਕੁਲ ਬਿਲਕੁਲ ਬਿਲਕੁਲ। ਜੇ ਅਸੀਂ ਕਹੀਏ ਜੀ ਇਹ ਬੰਦੇ ਤੇ ਜਿਹੜਾ ਸੀ ਆ ਵੇਖੋ ਜੀ ਬੰਦਾ ਮਾਰਿਆ ਨਹੀਂ ਕਿ 302 ਦਾ ਪਰਚੇ ਹੁੰਦਾ ਕਦੀ ਨਹੀਂ ਹੁੰਦਾ। ਹਵਾ ਚ ਗੱਲਾਂ ਜਾ ਤੇ ਉਹਦੇ ਕੋਲ ਪੈਸੇ ਦੇ ਦਿੰਦੇ, ਉਹਦੇ ਕੋਲ ਬਰਾਮਦੀ ਕਰਦੇ, ਫਿਰ ਤੇ ਗੱਲ ਬਣ ਜਾਂਦੀ। ਫਿਰ ਤੇ ਕਹਿੰਦੇ ਕੋਈ ਸਜ਼ਾ ਸੀ ਹੋ ਜਾਏ ਮਾੜੀ ਮੋਟੀ, ਲੱਗਦਾ ਨਹੀਂ ਹੁਣ ਇਹਦੇ ਕੁਛ ਬਣ ਜੀ। ਚਲੋ ਤੁਹਾਨੂੰ ਇਸ ਗੱਲ ਦਾ ਪਤਾ ਹੋਏਗਾ ਕੇਜਰੀਵਾਲ ਨੇ ਵੀ 2005 ਦੇ ਵਿੱਚ ਇੱਕ ਮੰਤਰੀ ਸੀਗਾ ਅਸੀਮ ਅਹਿਮਦ ਖਾਨ। ਹਾਂਜੀ 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 ਹਾਂਜੀ। ਇਹ ਮੇਰੇ ਖਿਆਲ ਸ਼ਾਇਦ ਫੂਡ ਮਿਨਿਸਟਰ ਸੀਗਾ। ਇਹਨੇ ਵੀ 6 ਲੱਖ ਰੁਪਇਆ ਕਿਸੇ ਤੋਂ ਵੱਡੀ ਮੰਗੀ ਸੀ ਤੇ ਉਹਦੀ ਆਡੀਓ ਉਹਦੇ ਕੋਲ ਆ ਗਈ ਸੀ, ਚੁੱਕ ਕੇ ਬਾਹਰ ਮਾਰਿਆ ਜੀ। ਇਹਦੀ ਮੁੜ ਕੇ ਉਹਨੇ
ਜਿਹੜੀ ਸੀਬੀਆਈ ਨੂੰ ਦੇਤੀ ਸੀ ਜਾਂ ਸੀਬੀਆਈ ਕਰੂ ਜੀ। ਤੇ 10 ਜੂਨ 2015 ਨੂੰ ਇਸੇ ਸਾਲ ਹੀ ਇਹਨਾਂ ਨੇ ਇੱਕ ਜਤਿੰਦਰ ਸਿੰਘ ਤੋਮਰ ਨਾਂ ਦਾ ਸੀਗਾ, ਉਹਦੀ ਡਿਗਰੀ ਜਦੋਂ ਨਿਕਲੀ ਸੀ ਮੰਤਰੀ, ਉਹਨੂੰ ਵੀ ਘਰ ਨੂੰ ਤੁਰਿਆ ਸੀ, ਭਾਈ ਤੇਰੀ ਲੋੜ ਨਹੀਂ ਸਾਨੂੰ ਹੋਗੀ ਜੀ। 31 ਅਗਸਤ 2016 ਨੂੰ ਇੱਕ ਸੰਦੀਪ ਨਾਂ ਦਾ ਸਮਾਜ ਕਲਿਆਣ ਮੰਤਰੀ ਸੀਗਾ, ਇਹਦੇ ਤੇ ਵੀ ਦੋਸ਼ ਸੀ ਵੀ 2 ਕਰੋੜ ਰੁਪਏ ਇਹਨੇ ਜਿਹੜੀ ਸੀ ਵੱਡੀ, ਸੌਰੀ ਇਹਦਾ ਸੈਕਸ ਸਕੈਂਡਲ ਸੀ, ਸੈਕਸ ਸਕੈਂਡਲ ਦੀ ਕੋਈ ਇਹਦੇ ਕੋਈ ਵੀਡੀਓ ਆਈ ਸੀ ਤੇ ਉਹਨੇ ਕਿਹਾ ਚੱਲ ਵੀ ਤੇਰੀ ਵੀ ਲੋੜ ਨਹੀਂ ਹੈ। ਫਿਰ ਇਹਨੇ 2017 ਵਿੱਚ ਕਪਲ ਮਿਸ਼ਰਾ ਜਿਹੜਾ ਅੱਜ ਕੱਲ ਬੀਜੇਪੀ ਦੇ ਵਿੱਚ ਆ, ਕਪਲ ਮਿਸ਼ਰਾ ਤੇ ਇਲਜ਼ਾਮ ਲੱਗੇ ਸੀ ਵੀ 2 ਕਰੋੜ ਤੇ ਰਿਸ਼ਵਤ ਲੈਣ ਦਾ ਲੱਗਾ ਸੀ ਇਲਜ਼ਾਮ ਇਹਦੇ ਤੇ ਕਪਲ ਮਿਸ਼ਰਾ ਨੇ ਉਲਟੇ ਇਹ ਤੇ ਇਲਜ਼ਾਮ ਲਾਏ ਸੀ ਕਿ ਇਹ ਹਵਾਲਾ ਦਾ ਕਾਰੋਬਾਰ ਕਰਦਾ। ਉਹਦੀ ਵੀ ਇਹਨਾਂ ਸੀਬੀਆਈ ਜਿਹੜੀ ਸੰਦੀਪ ਦੀ ਦਿੱਤੀ ਸੀ ਇਨਕੁਆਇਰੀ, ਲੇਕਿਨ ਉਹਨਾਂ ਦਾ ਕੱਖ ਨਹੀਂ ਬਣਿਆ, ਮੁੜ ਕੇ ਸਾਰੀ ਇਨਕੁਆਇਰੀ ਕੋਈ ਫਾਈਲ ਹੋ ਗਈ। ਫਿਰ ਉਹ ਸੰਦੀਪ ਜਿਹੜਾ ਹੈਗਾ ਕਪਲ ਮਿਸ਼ਰਾ ਜਦੋਂ ਬੀਜੇਪੀ ਚਲਾ ਗਿਆ, ਉਸਨੇ ਪਾਣੀ ਪੀ ਕੇ ਕੋਸਿਆ ਫਿਰ ਕੇਜਰੀਵਾਲ। ਇਸ ਕਰਕੇ ਕੇਜਰੀਵਾਲ ਨੇ ਵੀ 4 ਮੰਤਰੀ ਆਪਣੇ ਕੱਢੇ ਸੀਗੇ ਤੇ ਇਹ ਸ਼ੁਰੂਆਤ ਹੋ ਗਈ ਆ, ਅਜੇ 1 ਕਿ 2 ਮੰਤਰੀ ਹੋਰ ਲਾਈਨ 'ਚ ਲੱਗੇ ਅਜੇ। ਬੜੀ ਕੁਸਰ ਮੁਸਰ ਹੁੰਦੀ ਆ, ਬਹੁਤ ਕੁਝ ਆ ਜੇ ਬੜਾ ਸਾਫ਼ ਕਰਨਾ ਪਊਗਾ ਭਗਵੰਤ ਮਾਨ ਨੂੰ, ਜੇਕਰ ਵਾਕਿਆ ਹੀ ਇੱਕ ਕਾਂ ਦੇ ਨਾਲ ਮੁੜ ਕੇ ਤੁਹਾਨੂੰ ਪਤਾ ਕਾਵਾਂ ਦੀਆਂ ਡਾਰਾਂ ਕਾਂ 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 ਉਹਦਾ ਸਿਰ ਚੱਕਦੀਆਂ ਹੁੰਦੀਆਂ ਨੇ, ਬੜਾ ਸਮਾਨ ਗੂੰਜੇ ਹੁੰਦੀਆਂ ਨੇ। ਉਹ ਜਦੋਂ ਮੂਸੇ ਵਾਲੇ ਨੂੰ ਪੁੱਛਿਆ ਕਿ ਮਹਾਰਾਜ ਜੀ ਵੇਖੋ ਉਹ ਤੁਹਾਡਾ ਜਿਹੜਾ ਵਿਰੋਧੀ ਸੀਗਾ 63,000 ਵੋਟਾਂ ਦਾ ਹਰਾ ਕੇ ਤੁਹਾਨੂੰ ਗਿਆ ਸੀ, ਉਹਦਾ ਤੇ ਅੰਦਰ ਹੋ ਗਿਆ ਗੱਲ ਬਣੀ। ਆਂਦਾ ਵੇਖੀ ਚੱਲ ਮਰਦਾਨਿਆ ਰੰਗ ਕਰਤਾਰ ਦੇ, ਆਪੇ ਮਰ ਜਾਵਦੇ ਜਿਹੜੇ ਦੂਜਿਆਂ ਨੂੰ ਮਾਰਦੇ। ਕੀ ਬਾਤ, ਚਲੋ ਕਲਾਕਾਰ ਆ ਫਿਰ ਵੀ ਕਿਤੇ। ਵੈਸੇ ਡਾਕਟਰ ਰਾਜਕੁਮਾਰ ਜਿਹੜੇ ਸਾਡੇ ਹੈਗੇ ਨੇ, ਉਹਨਾਂ ਨੇ ਇੰਨੀ ਗੱਲ ਕਹੀ ਹੈ ਜੀ, ਇਹ ਡਰਾਮੇਬਾਜ਼ੀ। ਇਹ ਦੱਸੇ ਹੁਣ ਕੇਜਰੀਵਾਲ ਤੇ ਭਗਵੰਤ ਮਾਨ, ਇਹ ਕਹਿੰਦੇ ਅਸੀਂ ਕਰਪਸ਼ਨ ਨਹੀਂ ਕਰਦੇ, ਸਾਡੇ ਕਰਪਸ਼ਨ ਹੁੰਦੀ ਨਹੀਂ। ਇਹ ਕਿੱਥੋਂ ਆ ਗਈ ਕਰਪਸ਼ਨ ਫਿਰ? ਕਹਿੰਦਾ ਤੇ ਛੋਟਾ ਪੂੰਗ ਫੜਿਆ ਵਾ, ਵੱਡੇ ਵੱਡੇ ਮਗਰਮੱਛ ਤੇ ਮੱਛੀ ਹੋਣੀ ਫੜਨੇ ਇਹਨਾਂ ਨੇ। ਸੋਸ਼ਲ ਨੈਟਵਰਕ ਮੀਡੀਆ ਵਾਲੇ ਵੀ ਇਹੀ ਕਹਿੰਦੇ, ਉਹ ਕਹਿੰਦੇ ਵੀ ਸਾਰਾ ਖਾਣਾ ਸੀ 1% ਕਿਉਂ ਮੰਗ ਲਿਆ, ਜੇ ਮੰਗਣਾ ਸੀ ਤੇ ਜ਼ਿਆਦਾ ਮੰਗਦੇ। ਦਿੱਲੀ ਵੱਲ ਜਿਹੜੀਆਂ ਕਾਰਾਂ ਜਾਂਦੀਆਂ ਨੇ ਉਹ ਕਿਦੋਂ ਰੁਕਣਗੀਆਂ? ਵੌਇਸ ਆਫ ਸਿਟੀ 1320 AM ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ। ਪੰਜਾਬ ਯੂਨੀਵਰਸਿਟੀ ਨੂੰ ਕੇਂਦਰੀ ਯੂਨੀਵਰਸਿਟੀ ਬਣਾਉਣ ਦੀ ਪਟੀਸ਼ਨ, ਕਿਉਂ ਵੀ ਪੰਜਾਬ ਯੂਨੀਵਰਸਿਟੀ ਪੰਜਾਬੀਆਂ ਦੀ ਇੱਕ ਧਰੋਹਰ ਆ, ਉਹਨੂੰ ਕੇਂਦਰੀ ਯੂਨੀਵਰਸਿਟੀ ਬਣਾਉਣ ਦੇ ਪਿੱਛੇ ਕੀ ਫਲਸਫਾ ਹੈ, ਉਹਦੀ ਪਟੀਸ਼ਨ ਤੇ ਹਾਈ ਕੋਰਟ 30 ਅਗਸਤ ਨੂੰ ਅਗਲੀ ਸੁਣਵਾਈ ਕਰਨ ਜਾ ਰਿਹਾ। ਕੀ ਕਹਿਣਾ ਚਾਹੋ? ਜਿਹੜੀ ਗੱਲ ਹੈ ਜੀ ਪੰਜਾਬ ਯੂਨੀਵਰਸਿਟੀ ਦੀ, ਪੰਜਾਬ ਯੂਨੀਵਰਸਿਟੀ ਦੀ ਬੁਨਿਆਦ ਲਾਹੌਰ 'ਚ ਰੱਖੀ ਗਈ ਸੀ 1882 ਤੇ ਮੁੜ ਕੇ ਜੋ ਬੰਦ ਹੋਈ ਤੇ ਇਹ ਚੰਡੀਗੜ੍ਹ ਬਣ। ਚੰਡੀਗੜ੍ਹ ਤੋਂ ਬਾਅਦ ਰੀਜਨਲ ਸੈਂਟਰ ਬਣੇ ਤੇ ਰੋਹਤਕ ਬਣਿਆ, ਜਲੰਧਰ ਬਣਿਆ, ਇੱਕ ਹੋਰ ਬਣੇ, 3 ਬਣੇ ਰੀਜਨਲ ਸੈਂਟਰ। ਯੂਨੀਵਰਸਿਟੀ ਚੱਲਦੀ ਰਹੀ। ਯੂਨੀਵਰਸਿਟੀ ਦੇ ਜਿਹੜੇ ਵਾਈਸ ਚਾਂਸਲਰ ਆ ਉਹ ਬਕਾਇਦਾ ਤੌਰ ਤੇ ਦੇਸ਼ ਦੇ ਉਪ ਰਾਸ਼ਟਰਪਤੀ। ਯੂਨੀਵਰਸਿਟੀ ਦੇ ਪ੍ਰੋਫੈਸਰਾਂ ਨੇ 2008 ਦੇ ਵਿੱਚ ਗਏ ਬਾਦਲ ਸਾਹਿਬ ਕੋਲ। ਬਾਦਲ ਸਾਹਿਬ ਵੇਖੋ, ਇੱਕ ਤੇ ਸਾਨੂੰ ਇਹ ਘਾਟਾ ਪੈਂਦਾ, ਜਿਹੜੇ ਪ੍ਰੋਫੈਸਰ ਆ, ਜਿਹੜੇ ਕਾਲਜ ਸਾਡੇ ਹੈਗੇ ਸਰਕਾਰੀ ਕਾਲਜ, ਉੱਥੇ ਉਮਰ 65 ਸਾਲ ਰਿਟਾਇਰਮੈਂਟ ਦੀ, ਸਾਨੂੰ 60 ਕਰ ਦਿੰਦੇ ਆ। ਸਾਡੀ ਵੀ 65 ਸਾਲ ਹੋਣੀ ਚਾਹੀਦੀ ਹੈ। ਦੂਸਰੀ ਚੀਜ਼, ਉਹ ਕਹਿੰਦੇ ਜੀ ਯੂਨੀਵਰਸਿਟੀ ਪੰਜਾਬ ਦੇ ਉੱਤੇ ਬੋਝ ਆ, ਤੁਸੀਂ ਸਾਨੂੰ ਲਿਖ ਕੇ ਦੇ ਦਿਓ ਇਹ ਜਿਹੜੀ ਯੂਨੀਵਰਸਿਟੀ ਆ ਉਹ ਸੈਂਟਰਲ ਯੂਨੀਵਰਸਿਟੀ ਬਣਾਈ ਜਾਵੇ। ਬਾਦਲ ਸਾਹਿਬ ਇਹਨਾਂ ਦੀ ਗੱਲਾਂ 'ਚ ਆ ਗਏ, ਇਹਨਾਂ ਨੇ ਉਦੋਂ ਲਿਖ ਕੇ ਦੇਤਾ ਵੀ ਆਹ ਲੋ ਜੀ, ਲਿਖ ਕੇ ਤੁਹਾਨੂੰ ਦੇਤਾ। ਤੇ ਅਗਲੇ ਦਿਨ ਬਰਜਿੰਦਰ ਸਿੰਘ ਨੇ ਠੋਕ ਕੇ ਫਰੰਟ ਪੇਜ ਤੇ ਸੰਪਾਦਕੀ ਲਿਖੀ ਇਹਦੇ ਬਾਰੇ ਜੀ। ਜਦੋਂ ਲਿਖੀ ਸੀ ਫਿਰ ਬਾਦਲ ਸਾਹਿਬ ਮੁੱਕਰ ਕੇ ਦਾ ਨਾ ਅਸੀਂ ਦੀ ਯੂਨੀਵਰਸਿਟੀ ਸਾਡੀ ਐਸੀ ਯੂਨੀਵਰਸਿਟੀ ਆ ਨਹੀਂ ਦਿੰਦੇ। ਹੁਣ ਕੇਂਦਰ ਇਹਨਾਂ ਨੂੰ ਕੋਈ ਗ੍ਰਾਂਟ ਦੇ ਨਹੀਂ ਰਿਹਾ। ਪੰਜਾਬ ਸਰਕਾਰ ਨੰਗ ਤੜਾਂਗਾ। ਹੁਣ ਫਿਰ ਇੱਕ ਬੀਬੀ ਹੈਗੀ ਡਾਕਟਰ ਸੰਗੀਤਾ, ਉਹਨੇ ਇੱਕ ਕੇਸ ਕਰ ਦਿੱਤਾ ਵੀ ਇੱਕ ਤੇ ਇੱਥੇ ਪ੍ਰੋਪਰਲੀ ਤਨਖਾਹਾਂ ਨਹੀਂ ਮਿਲਦੀਆਂ, ਤੇ ਦੂਸਰੀ ਚੀਜ਼ ਜਿਹੜੇ ਪ੍ਰੋਫੈਸਰ ਨੇ ਉਹਨਾਂ ਦੀ ਜਿਹੜੀ ਆ ਉਮਰ ਜਿਹੜੀ 65 ਕੀਤੀ ਜਾਵੇ ਸਰਕਾਰੀ ਕਾਲਜਾਂ ਦੇ ਮੁਤਾਬਕ। ਉਹ ਕੇਸ ਕਰਨ ਦੇ ਉੱਤੇ ਜਿਹੜਾ ਸੀ ਉਹ ਹਾਈ ਕੋਰਟ ਨੇ ਹੁਣ ਇਹ ਨਿਰਦੇਸ਼ ਦਿੱਤਾ ਵੀ ਭਾਈ ਸਾਨੂੰ 30 ਅਗਸਤ ਤੱਕ ਤੁਸੀਂ ਜਿਹੜਾ ਸੀ ਇਹ ਦੱਸੋ ਕਿ ਯੂਨੀਵਰਸਿਟੀ ਨੂੰ ਕੇਂਦਰੀ ਯੂਨੀਵਰਸਿਟੀ ਬਣਾਉਣ ਵਾਸਤੇ ਤੁਸੀਂ ਕੀ ਕੀਤਾ। ਹੁਣ ਅਕਾਲੀ ਵੀ ਭੁੜਕੀ ਜਾਂਦੇ ਆ, ਕਾਂਗਰਸੀ ਭੁੜਕੀ ਜਾਂਦੇ, ਨਹੀਂ ਜੀ ਪੰਜਾਬ ਦੀ ਯੂਨੀਵਰਸਿਟੀ ਆ ਭਾਈ, ਤੁਸੀਂ ਕੀਤਾ ਸੀ ਪਹਿਲਾਂ ਯੂਨੀਵਰਸਿਟੀ ਦੱਸੋ ਤੁਸੀਂ।
ਜਦੋਂ ਤੁਹਾਡੀ ਯੂਨੀਵਰਸਿਟੀ ਤੁਸੀਂ ਕੱਖ ਨਹੀਂ ਸਵਾਰਿਆ ਯੂਨੀਵਰਸਿਟੀ ਦਾ, ਅੱਜ ਤੁਸੀਂ ਕਿਉਂ ਕਹਿ ਰਹੇ ਇੰਨੀ ਗੱਲ? ਹੁਣ ਟੀਚਰ ਕਹਿੰਦੇ ਸਾਨੂੰ ਘਾਟਾ ਪੈਂਦਾ ਹੈ ਜੇ ਯੂਨੀਵਰਸਿਟੀ ਨਹੀਂ ਛਿੰਟ ਕੋਲ ਜਾਂਦੀ। ਉਹਦੇ ਵਿੱਚ 30 ਅਗਸਤ ਦਾ ਸਮਾਂ ਦਿੱਤਾ, 30 ਅਗਸਤ ਤੱਕ ਤੁਸੀਂ ਦੱਸੋ ਕਿ ਇਹਨੂੰ ਸੈਂਟਰਲ ਯੂਨੀਵਰਸਿਟੀ ਬਣਾਉਣ ਲਈ ਤਿਆਰ ਜੇ ਜਾਂ ਨਹੀਂ। ਬੜਾ ਵੱਡਾ ਇੱਕ ਸਵਾਲ ਹੈ ਕਿ ਕੀ ਕੇਂਦਰ ਪੰਜਾਬ ਯੂਨੀਵਰਸਿਟੀ ਨੂੰ ਫੰਡ ਕਿਉਂ ਨਹੀਂ ਦਿੰਦੀ ਕਿ ਬਾਕੀ ਸੂਬਿਆਂ ਦੀਆਂ ਯੂਨੀਵਰਸਿਟੀਆਂ ਜਿਹੜੀਆਂ ਨੇ, ਲਖਨਊ ਦੇ ਵਿੱਚ ਬੜੀ ਵੱਡੀ ਯੂਨੀਵਰਸਿਟੀ ਹੈ, ਬਨਾਰਸ ਦੇ ਵਿੱਚ ਬੜੀ ਵੱਡੀ ਯੂਨੀਵਰਸਿਟੀ ਹੈ। 2011 ਚ ਹਾਈਕੋਰਟ ਚ ਗਏ ਨੇ, ਲੇਕਿਨ ਹਾਈਕੋਰਟ ਨੇ ਵਧੀ ਸੁਣੀ ਦਿੱਤੀ। 2015 ਚ ਫਿਰ ਚਲੇ ਗਏ ਹਾਈਕੋਰਟ। ਨਹੀਂ, ਮੇਰਾ ਕਹਿਣ ਤੋਂ ਭਾਵ ਕਿ ਉਹਨਾਂ ਨੂੰ ਜੇਕਰ ਬਣਦਾ ਹਿੱਸਾ ਯੂਨੀਵਰਸਿਟੀਆਂ ਨੂੰ ਮਿਲਦਾ ਹੈ ਤੇ ਫਿਰ ਪੰਜਾਬ ਨੂੰ ਯੂਨੀਵਰਸਿਟੀ ਨੂੰ ਕਿਉਂ ਨਹੀਂ ਫੰਡ ਮਿਲਦਾ? ਇਹ ਸਿਰ ਜੋੜ ਕੇ ਤੇ ਸਾਰੀ ਲੀਡਰਸ਼ਿਪ ਨੂੰ ਇਧਰਲੇ ਪਾਸੇ ਖਿਆਲ ਦੇਣਾ ਚਾਹੀਦਾ। ਬਰਜਿੰਦਰ ਹਮਦਰਦ ਦਾ ਮੈਨੂੰ ਯਾਦ ਹੈ, ਕਿਉਂਕਿ ਇਹ ਸ਼ੌਂਕ ਰਿਹਾ ਆਰਟੀਕਲ ਪੜ੍ਹਨ ਦਾ, ਮੈਨੂੰ ਧੁੰਦਲਾ ਜਿਹਾ ਯਾਦ ਆਉਂਦਾ। ਬਹੁਤ ਸੋਹਣਾ ਠੋਕ ਕੇ ਲਿਖਿਆ ਸੀਗਾ, ਬਿਲਕੁਲ ਬਾਬੇ ਬਾਦਲ ਦਾ ਉਸੇ ਤਰ੍ਹਾਂ ਹੀ ਦਾ ਹੀ ਬਿਆਨ, ਜਿਵੇਂ ਗੋਡੇ ਬਦਲਾਉਣ ਆਏ ਸੀ ਤੇ ਸਾਡੇ ਜਹੇਦਾਰ ਸਾਹਿਬ ਨੇ ਬਿਆਨ ਦਿੱਤਾ ਸੀਗਾ, ਗਿਆਨੀ ਗੁਰਬਚਨ ਸਿੰਘ ਨੇ ਦਿੱਤਾ ਸੀਗਾ ਕਿ ਜਿਹੜੀਆਂ ਨੇ ਛੋਟੇ ਸਾਹਿਬਜ਼ਾਦਿਆਂ ਦੀਆਂ ਜਿਹੜੀਆਂ ਸ਼ਹੀਦੀ ਜਿਹੜੀਆਂ ਨੇ ਸਮਾਗਮ, ਉਹਨਾਂ 'ਤੇ ਰਾਜਨੀਤਿਕ ਕਾਨਫਰੰਸ ਨਹੀਂ ਹੋਣਗੀਆਂ। ਤੇ ਬਾਦਲ ਸਾਹਿਬ ਨੇ ਗੋਡੇ ਬਦਲਾਉਣ ਆਏ ਸੀਗੇ ਅਮਰੀਕਾ ਦੇ ਵਿੱਚੋਂ, ਬਿਆਨ ਦਿੱਤਾ ਸੀ ਨਹੀਂ ਜੀ ਇਹ ਹੁੰਦੀਆਂ ਰਹੀਆਂ ਤੇ ਹੋਣਗੀਆਂ। ਤੇ ਜਹੇਦਾਰ ਸਾਹਿਬ ਮੁੜ ਕੇ ਉਸੇ ਹੀ ਤਰ੍ਹਾਂ ਬੋਲਣ ਲੱਗ ਪਏ ਸੀ, ਹੈ ਨਾ। ਤੇ ਇਹ ਜਿਹੜਾ ਆਪਣਾ ਜਿਹੜਾ ਇਹ ਆਰਟੀਕਲ ਸੀਗਾ, ਇਹ ਕੰਨ ਖੋਲਣ ਵਾਲਾ ਸੀਗਾ ਬਾਦਲ ਸਾਹਿਬ ਦਾ। ਤੇ ਮੁੜ ਕੇ ਅਗਲੇ ਦਿਨ ਬਾਦਲ ਸਾਹਿਬ ਬੋਲਦੇ ਪਏ ਸੀਗੇ, ਬਿਆਨ ਵੀ ਛਪਿਆ ਸੀ ਉਹਨਾਂ ਦਾ। ਜੀ ਜੀ ਜੀ, ਇਹ ਬਿਲਕੁਲ ਉਸੇ ਤਰ੍ਹਾਂ ਹੀ ਆ ਜਿਵੇਂ ਇਹਨਾਂ ਨੇ ਸੋਨੇ ਦੀਆਂ ਕਈਆਂ ਬਾਲਟੀਆਂ ਦੇ ਨਾਲ ਜਿਹੜਾ ਉਹ ਨਹਿਰ ਦਾ ਟੱਕ ਲਵਾਇਆ ਤੇ ਅੱਜ ਮਾਵਾਂ ਦੇ ਪੁੱਤਾਂ ਨੂੰ ਫੇਰ ਇਹ ਬਲਦੀ 'ਚ ਸੁੱਟਣਾ ਚਾਹੁੰਦੇ ਆ। ਮੈਂ ਉਹ ਜਹੇਦਾਰ ਸਾਹਿਬ ਦੀ ਮਤਲਬ ਸਵੇ ਰੱਖਿਆ ਵਾਸਤੇ ਹਥਿਆਰ ਨਾਲ ਨਹੀਂ ਜੋੜਨਾ ਚਾਹੁੰਦਾ ਇਸ ਚੀਜ਼ ਨੂੰ, ਕਿਉਂਕਿ ਉਹਨਾਂ ਨੇ ਸਿਰਫ ਤੇ ਸਿਰਫ ਇਤਿਹਾਸ ਨਾਲ ਜੋੜ ਕੇ ਦੱਸਿਆ ਕਿ ਮੇਰੀ ਪੀਰੀ ਦੇ ਮਾਲਕ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਇਸ ਤਖਤ ਤੋਂ ਜਿੱਥੇ ਸਾਜਨਾ ਕੀਤੀ, ਕਈ ਤਾਂ ਇਹ ਚੀਜ਼ ਤੋਂ ਵੀ ਮੁਨਕਰ ਨੇ। ਜੀ 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 ਜੀ, ਵੀ ਇਹ ਦਿੱਲੀ ਦੇ ਤਖਤ ਨਾਲ ਉਸ ਵਕਤ ਉੱਚਾ ਸੀ, ਉਸ ਵਕਤ ਮੁਗਲਾਂ ਦਾ ਤਖਤ ਸੀ, ਕਿਤੇ ਮਤ ਸੋਚੋ ਮੁਗਲਾਂ ਦੇ ਤਖਤ ਨਾਲੋਂ ਤਖਤ ਉੱਚਾ ਦਿੱਤਾ। ਅੱਜ ਸਾਡੀ ਸੋਚ ਸੌੜੀ ਹੁੰਦੀ ਜਾ ਰਹੀ ਹੈ। ਅੱਜ ਉੱਥੇ ਤਖਤ ਤੇ ਜਿਹੜਾ ਮਰਜ਼ੀ ਬਿਰਾਜਮਾਨ ਹੋਵੇ, ਮੁਗਲਾਂ ਦੇ ਤਖਤ ਨਾਲੋਂ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਤਖਤ ਉੱਚਾ ਦਿੱਤਾ, ਮੇਰੀ ਪੀਰੀ ਦੇ ਮਾਲਕ ਨੇ। ਸ਼ਾਂਤੀ ਬਰਕਰਾਰ ਰੱਖੀ, ਇਹਦੀ ਨਹੀਂ ਗੱਲ ਕਿ ਹਥਿਆਰ ਦੇ ਦਿੱਤਾ ਤੇ ਜਿਹਨੂੰ ਮਰਜ਼ੀ ਮਾਰ ਦਿਓ, ਟੁੱਕ ਦਿਓ ਤੇ ਵੱਢ ਦਿਓ। ਸਵੇ ਰੱਖਿਆ ਵਾਸਤੇ ਦਿੱਤਾ, ਸਵੇ ਰੱਖਿਆ ਵਾਸਤੇ ਗੱਲ ਕਹਿ ਰਹੇ ਹੋ, ਨਿਯਮ ਦੇ ਮੁਤਾਬਕ ਲੈਣ ਵਾਸਤੇ ਕਹਿ ਰਹੇ। ਦੇਣਾ ਨਾ ਦੇਣਾ ਸਰਕਾਰ ਦੀ ਆਪਣੀ ਮਰਜ਼ੀ ਹੈ। ਪਰ ਸਾਡੇ ਤਾਂ ਬਹੁਤੇ ਬੁੱਧੀਜੀਵੀ ਜਿਹੜੇ ਪਤਾ ਹੀ ਨਹੀਂ ਉਹਨਾਂ ਨੂੰ ਕੀ ਮਿਰਚਾਂ ਲੱਗ ਜਾਂਦੀਆਂ ਇਸ ਤਰ੍ਹਾਂ ਦੇ ਬਿਆਨ ਦੇ ਉੱਤੇ, ਹਨ। ਆਪ ਇਹਨਾਂ ਦੇ ਡੱਬ ਦੇ ਵਿੱਚ ਸਾਰਿਆਂ ਦੇ ਹਥਿਆਰ ਹੋਣਗੇ, ਵੇਖ ਲਿਓ, ਭਾਵੇਂ 99% ਇਹੋ ਜਿਹੇ ਹੋਣਗੇ ਜਿਨ੍ਹਾਂ ਨੇ ਹਥਿਆਰ ਲੈ ਕੇ ਰੱਖੇ ਹੋਣਗੇ ਤੇ ਆਪਣੇ ਬੱਚਿਆਂ ਨੂੰ ਦਿਖਾਉਂਦੇ ਵੀ ਹੋਣਗੇ ਬਾਪੂ ਕੋ ਹੈਗਾ। ਵੀ ਤੁਹਾਡੇ ਬੱਚੀਆਂ ਪੜ੍ਹ ਕੇ IPS ਅਫਸਰ ਨਹੀਂ ਬਣੇ, ਜਿਨ੍ਹਾਂ ਦੇ ਘਰਾਂ 'ਚ ਹਥਿਆਰਬੰਦ ਫੌਜਾਂ ਲੱਗੀਆਂ ਰਹਿੰਦੀਆਂ ਨੇ। ਸਭ ਤੋਂ ਜ਼ਿਆਦਾ ਬੱਚੇ ਉਹਨਾਂ ਦੇ ਪੜ੍ਹਦੇ। ਸਾਡੇ ਜੀ ਪੰਜਾਬ ਦੇ ਵਿੱਚ 80 ਤੋਂ ਲੈ ਕੇ 82,000 ਪੁਲਿਸ ਫੋਰਸ ਜੀ, ਜਿਹੜੇ ਸਾਡੇ ਕੋਲ ਹਥਿਆਰ ਨੇ ਨਾ, ਲਾਇਸੈਂਸੀ ਹਥਿਆਰ, ਉਹ 3,90,275 ਆ ਜੀ। ਔਰ ਅਸੀਂ ਦੂਸਰੇ ਨੰਬਰ ਤੇ ਇੰਡੀਆ ਚ ਆਉਂਦੇ ਕਿ ਯੂਪੀ ਪਹਿਲੇ ਨੰਬਰ ਤੇ, ਦੂਸਰੇ ਨੰਬਰ ਤੇ ਅਸੀਂ ਆਉਂਦੇ ਜੀ। ਤੇ ਨਜਾਇਜ਼ ਹਥਿਆਰ ਰੱਖਣ ਚ ਅਸੀਂ ਚੌਥੇ ਨੰਬਰ ਤੇ ਆਉਂਦੇ ਆ। ਹਾਂ, ਤੇ ਨਜਾਇਜ਼ ਹਥਿਆਰ ਤਾਂ ਹਰ ਮਤਲਬ ਜਿੱਥੋਂ ਮਰਜ਼ੀ ਲੈ ਲਓ, ਤੁਰੇ ਫਿਰਦੇ ਆ, ਕੋਈ ਫੜ ਲਓ ਤੁਸੀਂ, ਯੂਪੀ ਜਿਹਨੇ ਮਰਜ਼ੀ ਲੈ ਲਓ, ਕਹਿੰਦੇ ਕੱਟੇ ਉੱਥੇ ਵਿਕਦੇ ਬਥੇਰੇ ਆ। ਖੈਰ ਨਹੀਂ, ਆਪਾਂ ਵਾਪਸ ਬੜੀਏ। ਆ ਜਿਹੜੇ ਸ਼ਾਂਤੀ ਦੀ ਗੱਲ ਕਰਦੇ, ਕਿਤੇ ਗਲੀ 'ਚ ਕੁੱਤਾ ਵੇਖ ਲੈਣ ਤੇ ਸੋਟਾ ਫੜਦੇ ਫਿਰਦੇ। ਸੋਟਾ ਵੀ ਕਿਉਂ ਫੜੋ ਫਿਰ? ਜੀ ਜੀ ਜੀ, ਹੈ ਸੋਟਾ ਵੀ ਕਿਉਂ ਫੜੋ? ਉਹਦੇ ਤੇ ਫਿਤਰਤ ਆ, ਉਹਨੇ ਉਹ ਵੀ ਕੁਦਰਤ ਦਾ ਜੀ, ਉਹਨੂੰ ਕੋ ਮਾਰਨ ਵਾਸਤੇ ਸੋਟਾ ਫੜਦੇ, ਉਹ ਵੀ ਤੁਹਾਡਾ ਸਵੇ ਰੱਖਿਆ ਵਾਸਤੇ ਹਥਿਆਰ ਹੀ ਆ ਨਾ। ਜੀ ਜੀ, ਤੁਹਾਡੇ ਕੋਲ ਹੋਵੇ ਡਾਂਗ ਤੇ ਲੁਟੇਰੇ ਤੁਹਾਡੇ ਘਰ 'ਚ ਹਥਿਆਰ ਲੈ ਕੇ ਪੈ ਜਾਣ ਤੇ ਡਾਂਗ ਨਾਲ ਰਾਖੀ ਕਰ ਲਓ ਕਿ ਅੱਜ ਹਥਿਆਰ ਨਾ ਹਥਿਆਰ ਉਹੋ ਜਿਹਾ ਹੀ ਚਾਹੀਦਾ। ਹਾਂਜੀ, ਅਗਲੀ ਕਾਲ। ਸਤਿ ਸ਼੍ਰੀ ਅਕਾਲ ਜੀ। हेलो हेलो, हाँ जी, आवाज आ रही है जी? आ रही जी, प्रॉपर आ रही है। अच्छा, सॉरी, मैं एक दफा बैठा। सत श्री अकाल जी। ਮੈਨੂੰ ਪਤਾ ਤੁਸੀਂ ਕਿਹਾ ਸਿਰਫ 30 ਸੈਕਿੰਡਸ ਤੇ ਮੈਂ ਇੱਕ ਬੜਾ ਸਿੰਪਲ ਕੁਐਸਚਨ ਪੁੱਛਣਾ ਤੁਹਾਡੇ ਕੋਲ। ਭਾਜੀ ਸਤਿ ਸ੍ਰੀ ਅਕਾਲ। ਅਸੀਂ ਜਿਹੜੇ ਸਤਿ ਸ਼੍ਰੀ ਅਕਾਲ ਮਹਾਰਾਜ, ਸਤਿ ਸ਼੍ਰੀ ਅਕਾਲ ਜੀ। ਹਾਂਜੀ, ਪੁੱਛੋ ਸਵਾਲ। ਹਾਂ, ਅਸੀਂ ਲੋਕ ਜਿਹੜੇ ਹਨ ਨਾ, ਮੈਨੂੰ ਅੱਜ ਤੱਕ ਗੱਲ ਸਮਝ ਨਹੀਂ ਆਈ, ਕਹਿੰਦੇ ਮਾੜਾ ਬੋਲਣਾ ਨਹੀਂ, ਮਾੜਾ ਸੁਣਨਾ ਨਹੀਂ, ਮਾੜਾ ਕਹਿਣਾ ਨਹੀਂ, ਮਾੜਾ ਬੋਲਣ ਨਹੀਂ ਦੇਣਾ। ਪਰ ਇੱਕ ਗੱਲ ਮੈਨੂੰ ਸਮਝਾਓ, ਮੈਂ ਅੱਜ ਤੱਕ ਕਨਫਿਊਜ਼ ਹਾਂ। ਹੈਲੋ, ਸੁਣ ਰਹੇ ਹਾਂ ਜੀ ਜੀ ਜੀ, ਦੱਸੋ। ਹਾਂਜੀ ਹਾਂਜੀ, ਸਾਡੀ ਪਹਿਲੇ ਤੇ ਅਸੀਂ ਆਪਣੇ ਆਪ ਨੂੰ ਸਨਾਤਨੀ ਪਰੰਪਰਾ ਦਾ ਹਿੱਸਾ ਨਹੀਂ ਮੰਨਦੇ, ਉਹ ਮੈਂ ਅੱਜ ਤੱਕ ਕਨਫਿਊਜ਼ ਹਾਂ ਕਿਉਂ ਆ। ਦੂਜਾ ਇਹ
ਕਿ ਅਸੀਂ ਪੰਜਾਬੀ ਜਿਹੜੇ ਆ ਨਾ ਹੈ ਚੰਗੇ, ਦਿਲ ਦੇ ਵੀ ਚੰਗੇ ਆ, ਮਾੜੇ ਕੋਈ ਨਹੀਂ, ਪਰ ਸਭ ਤੋਂ ਜ਼ਿਆਦਾ ਡਰਗ ਤੇ ਇਲੀਗਲ ਫਾਇਰ ਆਰਮਸ ਸਾਡੇ ਪੰਜਾਬ ਵਿੱਚ ਨੇ। ਸਭ ਤੋਂ ਜ਼ਿਆਦਾ ਨਹੀਂ, ਚੌਥੇ ਨੰਬਰ ਤੇ। ਹੁਣੇ ਪੱਟੀ ਸਾਹਿਬ ਦੱਸ ਕਿਹੜੇ ਚੌਥੇ ਨੰਬਰ ਤੇ? ਸਭ ਤੋਂ ਜ਼ਿਆਦਾ ਯੂਪੀ ਚ। ਚਲੋ ਕੋਈ ਡਰ ਨਹੀਂ। ਤੁਸੀਂ ਗਲਤ ਨਾ ਬੋਲੋ ਫਿਰ। ਅੱਛਾ ਕੋਈ ਡਰ, ਮੈਂ ਮਾਫੀ ਮੰਗ ਲੈਂਦਾ। ਹਾਂਜੀ, ਆਦਮੀ ਸਮਝਦਾਰ ਬੁੱਧੀਜੀਵੀ ਹੋਵੇ ਜੋ ਅਗਰ ਗਲਤ ਬੋਲੇ ਤੁਸੀਂ ਸਵਾਲ ਕਰੋ ਵੀ ਜੀ, ਲਮਕਾਓ ਨਾ ਸਮਾਂ ਥੋੜਾ। ਮੈਂ ਸਵਾਲ ਪੁੱਛ ਰਿਹਾ ਨਾ। ਜੀ ਜੀ। ਅੱਛਾ, ਹੁਣ ਸਵਾਲ ਇਹ ਹੈਗਾ ਮੇਰਾ ਕਿ ਸਾਨੂੰ ਇੰਨਾ ਕਨਫਿਊਜ਼ਨ ਹੈ ਆਪਣੀ ਓਨ ਐਗਜ਼ਿਸਟੈਂਸ ਦਾ। ਅਸੀਂ ਰੋਜ਼ ਗੁਰਬਾਣੀ ਪੜ੍ਹਨੇ ਆ, ਵਾਹਿਗੁਰੂ ਵਾਹਿਗੁਰੂ ਹਰ ਵਕਤ ਨਿਕਲਦਾ ਹੈ, ਅਸੀਂ ਗ੍ਰੰਥ ਦੀ ਜਿਹੜੀ ਉਹ ਇੱਕ ਭਾਸ਼ਾ, ਇੱਕ ਸ਼ਬਦ ਉਹਨੂੰ ਸਮਝਿਆ ਨਹੀਂ। ਪਲੀਜ਼, ਅਸੀਂ ਤੋਤੇ ਵਰਗਾ ਰਟਿਆ, ਦਾਰੂਆਂ ਪੀਨੇ ਆ ਤੇ ਹਲਾਲ ਖਾਂਦੇ ਆ, ਉਹਦੇ ਬਾਅਦ ਅਸੀਂ ਗੱਲਾਂ ਕਰਦੇ ਆ। ਜਿਹੜਾ ਖਾਂਦਾ ਜੀ ਹਲਾਲ ਉਹ ਖਾਂਦਾ ਹੋਊਗਾ, ਜਿਹੜਾ ਨਹੀਂ ਖਾਂਦਾ ਤੁਸੀਂ ਖਾਂਦੇ ਹੋਵੋਗੇ। ਇੱਕ ਮੇਰੀ ਗੱਲ ਸੁਣੋ, ਤੁਸੀਂ ਆਟੇ ਨਹੀਂ, ਮੇਰੀ ਗੱਲ ਸੁਣੋ ਸਰਦਾਰ ਜੀ ਇਸ ਮੰਚ ਨੂੰ ਇਸਤੇਮਾਲ ਕਰ ਰਹੇ ਹੋ ਤੁਸੀਂ। ਜਿਹੜਾ ਖਾਂਦਾ ਹੋਊਗਾ ਉਹ ਖਾਂਦਾ ਹੋ, ਉਹਨੂੰ ਮੁਬਾਰਕ ਆ। ਜਿਹੜਾ ਨਹੀਂ ਖਾਂਦਾ ਉਹ ਨਹੀਂ ਖਾਂਦਾ। ਅਸੀਂ ਰਟਨ ਤੁਸੀਂ ਰਟਿਆ ਹੋਊਗਾ, ਜਿਹਨੇ ਨਹੀਂ ਰਟਿਆ ਨਹੀਂ ਰਟਿਆ। ਨੋ, ਤੁਸੀਂ ਕਨਫਿਊਜ਼ ਨਾ ਕਰੋ। ਇਹਨਾਂ ਦਾ ਸਵਾਲ ਮੈਂ ਸਮਝ ਗਿਆ, ਮੈਂ ਸਵਾਲ ਦੇ ਜਵਾਬ ਦੇਣੇ ਸਵਾਲ ਸਮਝ ਗਿਆ ਇਹਨਾਂ ਦਾ। ਮੈਂ ਕਨੈਕਟ ਹੁੰਦੇ ਇਹ ਕਨੈਕਟ ਜੀ, ਮੈਂ ਸਵਾਲ ਸਮਝ ਠੀਕ ਹੈ ਜੀ, ਠੀਕ। ਮੇਰੀ ਗੱਲ ਇਹਨਾਂ ਦੀ ਹੈ ਜੀ। ਪਹਿਲੀ ਗੱਲ ਤੇ ਤੋਤਾ ਰਟਣ ਦੀ ਗੱਲ ਕੀਤੀ ਮੈਂ ਨਾ, ਅਸੀਂ ਤੋਤਾ ਰਟਣੀ ਕਰ ਲਈ ਬੜੀ ਬਹਾਦਰੀ ਹਾਂਜੀ। ਅਸੀਂ ਉਹ ਵੀ ਨਹੀਂ ਕਰਦੇ ਜੀ। ਅਸੀਂ ਗੁਰੂ ਗ੍ਰੰਥ ਸਾਹਿਬ ਨੂੰ ਮੰਨਦੇ ਆ, ਹਾਂ, ਤੇ ਜੋ ਕਹਿੰਦਾ ਉਹ ਨਹੀਂ ਮੰਨਦੇ ਵੀ ਜੀ। ਜਿੱਦਣ ਅਸੀਂ ਉਹ ਮੰਨਣੀ ਸਿੱਖ ਲਈ, ਮੈਂ ਇਹ ਕਹਿ ਦਿਆਂ ਕਿ ਜਵਾਨ ਜਿਹੜੀ ਗੁਰਬਾਣੀ ਉਹ ਜੀਵਨ ਜਾਚ। ਜੀ। ਜਦੋਂ ਤੁਹਾਨੂੰ ਜੀਵਨ ਜਾਚ ਆ ਗਈ, ਤੁਹਾਡੇ ਸਾਰੇ ਮਸਲੇ ਹੱਲ ਹੋ ਜਾਣਗੇ। ਜੀ। ਦੂਸਰੀ ਗੱਲ ਤੁਸੀਂ ਗੱਲ ਕੀਤੀ ਆ ਗਿਣਤੀ ਦੀ, ਠੀਕ ਹੈ ਜੀ। ਕਿਸੇ ਵੇਲੇ ਸਾਡੀ 60,000 ਗਿਣਤੀ ਸੀ, 30,000 ਸਿੰਘ ਸ਼ਹੀਦ ਹੋ ਗਿਆ ਸੀ, ਤੇ ਅਸੀਂ 6 ਮਹੀਨੇ ਜਾ ਕੇ ਫਿਰ ਆਪਣੇ ਬਦਲੇ ਵੀ ਲੈ ਲਏ ਸੀ ਤੇ ਇਲਾਕੇ ਵੀ ਖੋਲੇ। ਜੀ। ਅੱਜ ਸਾਡੀ ਜਿੰਨੀ ਗਿਣਤੀ ਪੰਜਾਬ ਦਾ, ਉਹਦੀ ਗਿਣਤੀ ਸਾਡੀ ਬਹੁਤ ਹੀ ਵਧੀਆ ਸੱਚ ਹੈ। ਸਰਕਾਰਾਂ ਕਿਉਂ ਡਰਦੀਆਂ? ਸਿੱਖਾਂ ਦੀ 2% ਆਬਾਦੀ ਕੋਈ ਇਸ ਡਰਦੀਆਂ? ਇਹ ਬੜੇ ਬਹਾਦਰ ਨੇ। ਡਰਦੀਆਂ ਇਸ ਕਰਕੇ ਵੀ ਜੇ ਮਾੜੀ ਜੀ ਘਟਨਾ ਵਾਪਰੇ ਵੀ ਵੱਡੇ ਸਾਰੀ ਦੁਨੀਆ ਚ ਰੌਲਾ ਪੈਂਦਾ ਉਸੇ ਵੇਲੇ। ਭਾਈਆ ਇੰਡੀਆ ਦੇ ਵਿੱਚ 18% ਮੁਸਲਮਾਨ ਆ, ਉਹਨਾਂ ਕੋਲ ਨਹੀਂ ਡਰਦੇ। 57 ਕੰਟਰੀ ਜਿਹਨਾਂ ਦੇ, ਉਹ ਨਹੀਂ ਪਰਵਾਹ ਕਰਦੇ ਕਿਸੇ ਦੀ। ਇਸ ਕਰਕੇ ਵੀਰ ਜੀ ਤੁਹਾਡੀ ਗੱਲ ਸੀ, ਕੋਈ ਕੀ ਖਾਂਦਾ ਕੀ ਪੀਂਦਾ ਆਪੋ ਤੇ ਟਿੱਪਣੀ ਨਾ ਕਰੀ, ਆਪਾਂ ਨਾ ਕਿਸੇ ਹੋ ਸਕਦੇ ਆ। ਬਿਲਕੁਲ ਜੀ, ਜਿੰਨੇ ਸਨਾਤਨ ਧਰਮ ਨੂੰ ਮੰਨਣਾ ਜੀ ਸਦਕੇ ਮੰਨੇ। ਜਿਹੜਾ ਮੰਨਦਾ ਸਨਾਤਨ ਧਰਮ ਨੂੰ ਮੰਨੇ, ਜਿਹੜਾ ਗੁਰੂ ਗ੍ਰੰਥ ਸਾਹਿਬ ਨੂੰ ਮੰਨਦਾ ਗੁਰੂ ਗ੍ਰੰਥ ਸਾਹਿਬ ਨੂੰ ਮੰਨੇ। ਸਾਨੂੰ ਅੱਲਾਹ ਨੂੰ ਮੰਨਣ ਵਾਲੇ ਸਾਨੂੰ ਸੁਣਦੇ ਨੇ, ਉਹ ਅੱਲਾਹ ਨੂੰ ਮੰਨਣ। ਕ੍ਰਿਸਚਨ ਧਰਮ ਦੇ ਵੀ ਸਾਡੇ ਲਿਸਨਰ ਹੈਗੇ ਨੇ, ਇੱਥੇ ਪ੍ਰੋਗਰਾਮ ਵੀ ਚੱਲਦਾ ਪੰਜਾਬੀ 'ਚ, ਉਹਨੂੰ ਮੰਨਣ। ਤੁਸੀਂ ਸਨਾਤਨੀ ਹੋ, ਤੁਹਾਨੂੰ ਮੁਬਾਰਕ। ਸਿੱਖ ਨੂੰ ਸਿੱਖੀ ਮੁਬਾਰਕ, ਹਿੰਦੂ ਨੂੰ ਹਿੰਦੂ ਦੀ ਮਤਲਬ ਜਿਹੜੀ ਆ ਉਹ ਗੀਤਾ ਮੁਬਾਰਕ, ਜਿਹਨੂੰ ਕੁਰਾਨ ਮੰਨਦਾ ਕੁਰਾਨ ਮੁਬਾਰਕ। ਤੁਸੀਂ ਇਸ ਮੰਚ ਤੇ ਆ ਕੇ ਗੱਲ ਕਰ ਤੁਸੀਂ ਕਰੋ ਕਿ ਤੁਸੀਂ ਜੋ ਕਹਿੰਦੇ ਹੋ ਕਿ ਤੁਸੀਂ ਖਾਂਦੇ ਹੋਗੇ ਹਲਾਲ, ਮੁਬਾਰਕ ਆ ਤੁਹਾਨੂੰ। ਸਾਰੇ ਨਹੀਂ ਖਾਂਦੇ, ਠੀਕ ਹੈ ਜੀ। ਜਿੰਨੇ ਹਲਾਲ ਖਾਣਾ ਉਹਨੇ ਹਲਾਲ ਖਾਣਾ, ਜਿੰਨੇ ਝਟਕਾ ਖਾਣਾ ਉਹਨੇ ਝਟਕਾ ਖਾਣਾ। ਤੁਸੀਂ ਇਸ ਮੰਚ ਤੇ ਆ ਕੇ ਸਾਰਿਆਂ ਨੂੰ ਇੱਕੋ ਰੱਸੇ ਨਹੀਂ ਬਣ ਸਕਦੇ। ਪਹਿਲਾਂ ਤੁਸੀਂ ਸਵਾਲ ਹੀ ਕਨਫਿਊਜ਼ ਕਰਕੇ ਆਪਣੇ ਆਪ 'ਚ ਲੈ ਕੇ ਉਹਨੇ ਸਵਾਲ ਸਹੀ ਕਰਕੇ ਲੈ ਕੇ ਆਇਆ ਕਰੋ, ਤੇ 30 ਸੈਕਿੰਡ ਦਾ ਇਸਤੇਮਾਲ ਕਰਿਆ ਕਰੋ। ਮੇਰੇ ਨਾਲ ਇੱਕ ਕਦੀ ਕਾਲ ਹੋਰ ਹੈ, ਬਿਕਰਮਜੀਤ ਸਿੰਘ ਮਜੀਠੀਆ ਚਰਚਾ 'ਚ ਨੇ, ਜ਼ਮਾਨਤ ਨਹੀਂ ਮਿਲੀ, ਕੀ ਕਹਿਣਾ ਚਾਹੋਗੇ? ਪਹਿਲਾਂ ਕਾਲ ਲੈ ਲੈਣੇ ਜੀ। ਵੈਲਕਮ ਜੀ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਪਤੀ ਸਾਹਿਬ। ਸਤਿ ਸ਼੍ਰੀ ਅਕਾਲ। ਮੈਂ ਕਿਹਾ ਜੀ ਭਗਵੰਤ ਮਾਨ ਹੋਣਾ ਨੇ ਇੱਕ ਦੋ ਹੋਰ ਟੰਗ ਕੇ ਆਪਣੇ ਆਪ ਨੂੰ, ਇਹਨੂੰ ਕਹਿਣਾ ਦਿੱਲੀ ਵਾਲਾ ਮਾਡਲ, ਦਿੱਲੀ ਵੀ ਇੱਕ ਦੋ ਟੰਗ ਕੇ ਦਿਖਾਉਣਾ ਵੀ ਅਸੀਂ ਰਿਸ਼ਵਤ ਨਹੀਂ ਲੈਂਦੇ, ਪਰ ਰਿਸ਼ਵਤ ਸਭ ਤੋਂ ਜ਼ਿਆਦਾ ਲੈਣੀ ਹੈ। ਹਿਮਾਚਲ ਇਲੈਕਸ਼ਨ ਕਿੱਦਾਂ ਜਿੱਤਣੀ ਹੈ, ਹੋਰ ਕਿੱਦਾਂ ਜਿੱਤਣੀ ਹੈ। ਚਲੋ ਦੂਸਰਾ ਤੁਸੀਂ ਕਹਿ ਸਕਦੇ ਹੋ ਜੀ ਅਸੀਂ ਸਹਿਮਤ ਨਹੀਂ ਆ। ਵੇਖੋ ਅਜੇ ਉਹਨਾਂ ਨੇ ਕੰਮ ਮਾਰਿਆ। ਅੱਛਾ, ਇੱਕ ਇਹ ਸਵਾਲ। ਦੂਸਰਾ ਸਵਾਲ ਇਹ ਹੈ ਕਿ ਜਿਸ ਤਰ੍ਹਾਂ ਹੁਣ ਇਹਨਾਂ ਨੇ ਭਗਵੰਤ ਮਾਨ ਨੇ ਉਹਨਾਂ ਦੇ ਹਰਪ੍ਰੀਤ ਉਹਨਾਂ ਦੇ ਜਥੇਦਾਰ ਸਾਹਿਬ ਦੇ ਉੱਤੇ ਬਿਆਨ ਤੇ ਕਿੰਤੂ ਪ੍ਰੰਤੂ ਕੀਤੀ ਹੈ, ਤੇ ਇਹਨਾਂ ਨੇ ਆਪ ਇੱਕ ਮੈਂ ਤੁਹਾਨੂੰ ਵੀਡੀਓ ਭੇਜੀ ਸੀਗੀ ਜਿਸ ਤੇ ਕਿਹਾ ਸੀ ਰਾਜ ਕਰੇਗਾ ਖਾਲਸਾ, ਮਰਾਸੀ ਰਹੇ ਨਾ ਕੋਈ। ਤੁਹਾਡੇ WhatsApp ਤੇ ਵੀਡੀਓ ਭੇਜੀ ਸੀ। ਜੀ। ਹਾਂਜੀ, ਤੇ ਜੇ ਇਹਨੂੰ ਕੱਲ ਨੂੰ ਉੱਥੇ ਸੱਦਣ, ਉੱਥੇ ਇਹਨਾਂ ਦੇ ਆਪਣੇ ਆਪ ਦੇ ਵਿੱਚ ਨਫ਼ਰਤਾਂ ਭਰੀਆਂ ਪਈਆਂ ਆ। ਕਿਉਂਕਿ ਜੇ ਕਲਾਕਾਰ ਕੱਲ ਸੀਗਾ, ਜੇ ਕੱਲ ਨਫ਼ਰਤ ਸੀ ਤਾਂ ਅੱਜ ਕਿਹੜੀ ਨਿਕਲ ਗਈ ਆ। ਜੀ। 2 ਵਾਰ ਹੀ ਰੁੱਸ ਕੇ ਗਿਆ ਸੀਗਾ, ਜਿਸ ਟਾਈਮ ਤੇ ਬਿਲਕੁਲ ਬੰਦ ਕਰਤਾ, ਜਿਸ ਟਾਈਮ ਅਨਾਉਂਸ ਨਹੀਂ ਸੀ ਕਰਦੇ। ਕਦੀ ਕਹਿੰਦੇ ਸੀ ਵੀ ਉਹਨੂੰ ਰਾਜੇਵਾਲ ਨੂੰ ਬਣਾਉਣਾ, ਕਦੀ ਕਿਸੇ ਨੂੰ ਚੀਫ ਮਿਨਿਸਟਰ ਬਣਾਉਣਾ ਹੈ। ਚਲੋ
ਬਹੁਤ ਮਿਹਰਬਾਨੀ, ਸੋ ਨਾਈਸ ਸਾਹਿਬ ਜੀ, ਥੈਂਕ ਯੂ। ਹਾਂਜੀ ਪਾਟਿਲ ਸਾਹਿਬ, ਜਿਹੜੀ ਗੱਲ ਇਹਨਾਂ ਕਹੀ ਹੈ ਜੀ, ਉਦੋਂ ਕਲਾਕਾਰ ਸੀ ਤੇ ਉਦੋਂ ਉਹ ਵੀ ਕਹਿੰਦਾ ਸੀ MLA ਨੂੰ ਵੀ LMA ਕਹਿੰਦਾ, LMA ਸਮਝਾਣ ਬਿਲਕੁਲ LMA ਸਾਹਿਬ, ਠੀਕ ਹੈ ਜੀ। ਜੀ 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 ਉਹੀ ਭਗਵੰਤ ਮਾਨ, ਹੁਣ ਤੁਸੀਂ ਵੇਖੋ ਉਹਦੇ ਚਿਹਰੇ ਤੇ ਸੀਰੀਅਸ ਕਿੰਨੀ ਹੈਗੀ ਜੀ ਜੀ। ਉਹਦੇ ਨਾਲ ਉਹ ਜਿਹੜਾ ਪਹਿਲਾਂ ਕਰਦਾ ਸੀ ਨਾਟਾ ਪੰਜ, ਉਹ ਬਿਲਕੁਲ ਨਹੀਂ ਹੈਗਾ ਭਾਜੀ। ਉੱਥੇ ਜਾ ਕੇ ਉਦਾਂ ਹੀ ਖਤਮ ਹੋ ਜਾਂਦਾ, ਅਗਲੇ ਘੇਰ ਕੇ ਰੱਖਦੇ ਆ ਵੀ ਤੁਹਾਨੂੰ ਆਹ ਥ੍ਰੈਟ ਆ ਗਈ, ਤੁਹਾਨੂੰ ਆਹ ਥ੍ਰੈਟ ਆ ਗਈ, ਤੁਸੀਂ ਆਹ ਕਰਨਾ, ਤੁਸੀਂ ਆਹ ਕਰਨਾ, ਰਾਤਾਂ ਨੂੰ ਨੀਂਦ ਹੀ ਨਹੀਂ ਆਉਂਦੀ। ਉਹ ਚਾਵਲਾ ਸਾਹਿਬ ਇਹਨਾਂ ਜਿਹੜੇ ਅਧਿਕਾਰੀ ਨਾ ਉੱਥੇ, ਉਹ ਕਹਿੰਦੇ ਅਸੀਂ ਸੋਚਿਆ ਸੀ ਮਾਨ ਸਾਹਿਬ ਜਿਹੜੇ ਆ ਉਹ ਹਰ ਹਫ਼ਤੇ ਨੂੰ ਬੜੇ ਖਿੜੇ ਮੱਥੇ ਮਿਲਣਗੇ, ਕੋਈ ਗੱਲ ਨਹੀਂ। ਉਹ ਕਹਿੰਦਾ ਨਾ, ਜੇ ਕਿਸੇ ਅਫਸਰ ਨੂੰ ਬੁਲਾਉਂਦੇ ਉਹਨਾਂ ਵੱਧ ਤੋਂ ਵੱਧ 10 ਮਿੰਟ ਟਾਕ ਕਰਨੀ, ਵੱਧ ਤੋਂ ਵੱਧ ਜਾਓ ਜੀ ਆਪਣਾ ਕੰਮ ਕਰੋ। ਕਿਉਂ? ਉਹਨੂੰ ਪਤਾ ਇਹ ਗੱਲ ਦਾ ਵੀ ਜੇ ਮੇਰੇ ਕੋਲ ਜ਼ਿਆਦਾਤਰ ਜਾਣਗੇ ਤੇ ਮੈਨੂੰ ਪੁੱਠੇ ਪਾਸੇ ਲਾਉਣਗੇ। 2-3 ਅਫਸਰ ਜਿਹੜੇ ਖਾਤਮ ਪੁਰਾਣੇ ਮਿੱਤਰ ਨੇ, ਉਹਨਾਂ ਨਾਲ ਬਹਿ ਕੇ ਗੱਲਬਾਤ ਕਰ ਲੈਂਦੇ, ਬਾਕੀ ਕਿਸੇ ਨਾਲ ਫਾਲਤੂ ਗੱਲ ਕੀਤੀ। ਮੁੱਖ ਮੰਤਰੀ ਅਗਲਾ ਜੀ ਇਸ ਕਰਕੇ ਜਿਹੜੀ ਗੱਲ ਜਿਹੜੀ ਇਹਨਾਂ ਕੀਤੀ ਵੀਰ ਜੀ ਨੇ ਗੱਲ, ਚਲੋ ਠੀਕ ਹੈ, ਇਹਨਾਂ ਨੇ ਆਪਣੇ ਵਿਚਾਰ ਨੇ, ਇਸ ਤੇ ਕੁਝ ਨਹੀਂ ਕਹਿੰਦੇ, ਲੇਕਿਨ ਇਹ ਆ ਵੀ ਜਿਹੜੀ ਗੱਲ ਇਹਨੇ ਕਹੀ ਹੈ ਵੀ ਇਲੈਕਸ਼ਨ ਲੜਨੀ ਹੈ ਜੀ, ਪੈਸੇ ਤੇ ਚਾਹੀਦੇ ਆ, ਠੀਕ ਹੈ ਨਾ, ਪੈਸੇ ਦੇਣੇ, ਕੁੜੀਆਂ ਕੰਪਨੀਆਂ ਹੁੰਦੀਆਂ ਵੀ ਤੁਹਾਡੀ ਸੇਵਾ ਕਰ ਦਿੰਦੇ, ਕੋਈ ਗੱਲ ਨਹੀਂ, ਜੇ ਅਸੀਂ ਸਾਨੂੰ ਫਲਾਣਾ ਕੰਟਰੈਕਟ ਦੇ ਦਿਓ, ਉਹ ਕਹਿਣਗੇ ਜੀ ਆ ਜਾਓ, ਪਾ ਦਿਓ, ਤੁਸੀਂ ਦੇਖਣਾ ਕੀ ਕਰਨਾ ਕੀ ਨਹੀਂ ਕਰਨਾ। ਉਹ ਤੇ ਨੈਚੁਰਲੀ ਹੈ, ਉਹ ਤੇ ਸਹੀ ਗੱਲ ਆ। ਇਲੈਕਸ਼ਨ ਚਲੋ ਅੱਜ ਉਹਨਾਂ ਨੇ ਕੋਸ਼ਿਸ਼ ਕੀਤੀ ਆ, ਅੱਜ ਇਦਾਂ ਦੀ ਰਿਕਾਰਡਿੰਗ ਸਾਹਮਣੇ ਆਈ ਆ, ਜੇ ਅੱਜ ਉਹਨਾਂ ਨੇ ਆਪਣੇ ਇੱਕ ਮੰਤਰੀ ਨੂੰ ਕੱਢਿਆ ਬਾਹਰ, ਮੁਕੱਦਮਾ ਦਰਜ ਹੁੰਦਾ, ਤੇ ਕੱਲ ਨੂੰ ਅਸੀਂ ਵੀ ਗੱਲਾਂ ਹੀ ਨਾ ਕਰੀ ਚਲੀਏ ਵੀ ਰਾਜ ਸਭਾ ਦੇ 5 ਮੈਂਬਰ ਜੀ 25-25 ਕਰੋੜ ਦੇ ਵੇਕੇ, ਕੱਢੋ ਰਿਕਾਰਡਿੰਗ ਦਿਓ 25-25 ਕਰੋੜ ਦੀ, ਹਨਾ। ਅਸੀਂ ਕਿਹਾ ਹੀ ਨਹੀਂ ਜੀ, ਆਪਾਂ ਤਾਂ ਕਿਹਾ ਹੀ ਨਹੀਂ। ਮਤਲਬ ਜਿਹੜਾ ਸੋਸ਼ਲ ਨੈਟਵਰਕ ਮੀਡੀਆ ਤੇ ਜਾਂ ਵੈਸੇ ਵੀ ਗੱਲਬਾਤ ਚੱਲਦੀ ਆ ਵੀ ਦਿਓ ਭਗਵੰਤ ਮਾਨ ਨੂੰ ਰਿਕਾਰਡਿੰਗ, ਉਹ ਆਪੇ ਗੱਲ ਕਰੇ, ਤੁਸੀਂ ਪਬਲਿਕ ਨਸ਼ਰ ਕਰ ਦਿਓ ਵੀ ਆਹ ਵੇਖੋ ਜੇ ਇੰਨੇ ਦਾ ਸੌਦਾ ਹੋਇਆ, ਹਨਾ, ਆਪੇ ਐਕਸ਼ਨ ਤੇ ਕੋਈ ਹੋਊਗਾ। ਆ ਦੋ ਹੁਣ ਹੋਰ ਚੁਣੇ ਜਾਣੇ ਨੇ, ਇਹਦੇ ਤੇ ਕੀ ਫੈਸਲਾ ਆਉਂਦਾ, ਕਿਹੜੀ ਸਿਲੈਕਟ ਕਰਦੇ ਨੇ, ਇਹਦੇ ਵਿੱਚ ਬਾਜ ਅੱਖ ਰੱਖੋ ਵੀ ਕਿਹੜਾ ਸੌਦਾ ਕਰਦਾ ਕਿਹੜਾ ਨਹੀਂ। ਅੱਜ ਉਹਨਾਂ ਨੇ ਚੰਗਾ ਕੰਮ ਕੀਤਾ ਤਾਂ ਆਪਾਂ ਚੰਗੇ ਕੰਮ ਦੀ ਜਿਹੜੀ ਨਾਲ ਗੱਲ ਕਰਾਂਗੇ ਕਿ ਵਾਕਿਆ ਹੀ ਜੇ ਉਹਨਾਂ ਨੇ ਇਹ ਐਕਸ਼ਨ ਲਿਆ ਵਾ ਤੇ ਗੋਂਗਲੂਆਂ ਤੋਂ ਮਿੱਟੀ ਨਹੀਂ ਝਾੜੀ, ਤੇ ਬਹੁਤ ਵਧੀਆ, ਵਧਾਈ ਦੇ ਪਾਤਰ ਨੇ, ਕਿਉਂ ਜੀ? ਬਿਲਕੁਲ ਬਿਲਕੁਲ, ਚੰਗੀ ਸ਼ੁਰੂਆਤ ਹੋਈ। ਆਪਾਂ ਤਾਂ ਇਹੀ ਚਾਹੁੰਦੇ ਹਾਂ, ਚੰਗਾ ਸਮਾਜ ਸਾਨੂੰ ਮਿਲੇ, ਚੰਗਾ ਸਾਨੂੰ ਸ਼ਾਸਨ ਮਿਲੇ। ਹਾਂਜੀ, 47 ਤੋਂ ਬਾਅਦ ਅੱਜ ਤੱਕ ਤੁਸੀਂ ਵੇਖੋ ਕਿ ਸਰਦਾਰ ਪ੍ਰਕਾਸ਼ ਸਿੰਘ ਬਾਦਲ ਤੇ ਦੋਸ਼ ਲੱਗੇ ਤੇ ਸੰਗਾਲੀ ਕਿਸੇ ਬਣਿਆ ਸੀ ਜੀ ਜੀ, ਅੱਜ ਤੱਕ ਉਹਦੀ ਰਿਪੋਰਟ ਬਾਹਰ ਨਹੀਂ ਆਈ ਜੀ 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 ਜੀ। ਉਸ ਤੋਂ ਬਾਅਦ ਤੁਹਾਨੂੰ ਪਤਾ ਇੱਕ ਲਖਵੀਰ ਸਿੰਘ ਮੇਖਾ ਸਿੰਘ ਘੁੰਮਣ ਸਿੰਘ ਨਾਮ ਦਾ, ਉਹ ਪੋਲੀਟੀਕਲ ਸੈਕਟਰੀ ਸੀ ਸਰਦਾਰ ਸੁਖਜਿੰਦਰ ਸਿੰਘ ਦਾ, ਖਹਿਰਾ ਸਾਹਿਬ ਦੇ ਫਾਦਰ ਦਾ ਜੀ ਜੀ। ਉਦੋਂ ਉਹਨੇ ਦੋਸ਼ ਲਾਏ ਸੀ ਕਿ ਇਹਨੇ ਕਰਪਸ਼ਨ ਕੀਤੀ ਹੈ, ਤੇ ਬਾਦਲ ਸਾਹਿਬ ਨੇ ਕਿਹਾ ਅਸਤੀਫਾ ਦੇ ਦਿਓ, ਅਸਤੀਫਾ ਦਿੱਤਾ, ਤੇ ਉਹਨਾਂ ਫਿਰ ਗਵਰਨਰ ਦੇ ਕੇ ਡਿਸਕਸ ਕਰਾਇਆ ਸੀ। ਉਸ ਤੋਂ ਬਾਅਦ ਤੁਸੀਂ ਲੈ ਲਓ ਧਰਮਸੋਤ ਦੀ ਗੱਲ ਕਰ ਲਓ, ਆ ਕੱਲ ਦੀਆਂ ਗੱਲਾਂ ਹੈਗੀਆਂ ਨੇ, ਜਿਹੜਾ ਦੋਸ਼ ਲੱਗੇ ਸੀ ਤੇ ਕੈਪਟਨ ਸਾਹਿਬ ਨੇ ਬਰੀ ਕਰਤਾ ਸੀ, ਦੋਸ਼ ਸਪਸ਼ਟ ਹੋ ਗਏ ਸਭ ਕੁਝ, ਜਿਹੜਾ ਜਿਹਦੇ ਨੂੰ ਕਰੀ ਕਿਤੇ ਕਹਿਤਾ ਜੀ ਦੋਸ਼ੀ ਇਹਦੇ ਵਿੱਚ ਹੈਗਾ, ਉਹਨਾਂ ਬਰੀ ਕਰਤਾ। ਬਸ ਕਾਂਗਰਸੀ ਹੋਣ, ਅਕਾਲੀ ਹੋਣ, ਚੱਲ ਅੱਜ ਚਲੋ ਦੇਸ਼ ਦੇ ਵਿੱਚ ਸਾਡੇ ਪਹਿਲਾ ਕੇਸ 47 ਤੋਂ ਬਾਅਦ ਕਿਸੇ ਮੰਤਰੀ ਦੇ ਖਿਲਾਫ ਇਹੋ ਜਿਹੀ ਕਾਰਵਾਈ ਕੀਤੀ, ਬਦਲੀ ਕਿਸੇ ਕਾਰਵਾਈ ਨਹੀਂ ਕੀਤੀ ਜੀ। ਚਲੋ ਚੰਗੀ ਸ਼ੁਰੂਆਤ ਹੋਈ ਹੈ ਜੀ। ਪਾਟਿਲ ਸਾਹਿਬ ਸਮਾਂ ਥੋੜਾ ਹੈ ਦੋਸਤੋ, ਕੋਈ ਹੋਟਲ ਮੋਟਲ ਪਲਾਜ਼ਾ ਗੈਸ ਸਟੇਸ਼ਨ ਲੈਂਡ ਕਮਰਸ਼ੀਅਲ ਪ੍ਰਾਪਰਟੀ ਵੇਚਣੀ ਹੈ, ਅਰਸ਼ 416 303 1515, IPTV ਬਾਕਸ ਲੈਸ ਦੈਨ $10 ਤੇ ਨਵੇਂ ਬਾਕਸ $90 ਤੋਂ ਸ਼ੁਰੂ ਹੁੰਦੇ ਨੇ। ਖਰੀਦਣਾ ਚਾਹੁੰਦੇ ਹੋ ਸਾਡੀ ਟੀਮ 647 554 58 ਨਾਲ 647 554 5859। ਟਾਟਾ ਆਟੋ ਇਲੈਕਟ੍ਰਿਕ ਵੱਲੋਂ ਪ੍ਰੋਗਰਾਮ ਸਪਾਂਸਰ ਕੀਤਾ ਜਾ ਰਿਹਾ ਸੀ। ਗੜ੍ਹ ਸ਼ੰਕਰ ਵਾਲੇ ਵੀਰ ਸਰਦਾਰ ਸਤਨਾਮ ਸਿੰਘ ਤੇ ਅਮਰੀਕ ਸਿੰਘ। ਸਟਾਰਟਰ ਅਲਟਰਨੇਟਰ ਜਨਰੇਟਰ ਰੀਬਲ ਕਰ ਲਈ 416 740 55 55। ਆਗਿਆ ਲੈਨੇ ਆ, ਸ਼ਾਮ ਨੂੰ ਮੁਲਾਕਾਤਾਂ ਹੋਣਗੀਆਂ 8 ਵਜੇ ਤੋਂ ਲੈ ਕੇ 12 ਵਜੇ ਤੱਕ। ਰੱਬ ਰਾਖਾ, ਸਤਿ ਸ੍ਰੀ ਅਕਾਲ। ਤੁਸੀਂ ਸੁਣ ਰਹੇ ਹੋ ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ, CNN ਟੋਰਾਂਟੋ।